ਆਪਾਂ ਕਹਿੰਦੇ एग्जाम्पल ऑफ मोशन ऑफ सेंटर ऑफ मास। ठीक है, ਅੱਜ ਆਪਾਂ ਇਹਨਾਂ ਬਾਰੇ ਪੜ੍ਹਨਾ। ਆਪਾਂ ਮੋਸ਼ਨ ਆਫ ਮਤਲਬ ਕਿ ਸੈਂਟਰ ਆਫ ਮਾਸ ਬਾਰੇ ਪੜ੍ਹਨਾ। ਸੈਂਟਰ ਆਫ ਮਾਸ ਕੀ ਹੁੰਦਾ, ਇੱਕ ਪੁਆਇੰਟ ਹੁੰਦਾ ਵਾ ਜਿਹਦੇ 'ਤੇ ਅਸੀਂ ਮੰਨਦੇ ਹਾਂ ਕਿ ਸਾਰਾ ਜਿਹੜਾ ਬੋਡੀ ਦਾ ਮਾਸ ਹੈਗਾ ਵਾ ਉਹ ਕੀ ਹੈ, ਕੰਸਨਟਰੇਟ ਹੁੰਦਾ ਵਾ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਮੋਸ਼ਨ ਆਫ ਸੈਂਟਰ ਆਫ ਮਾਸ ਪੜ੍ਹ ਲਿਆ ਵੀ ਜਿੰਨਾ ਚਿਰ ਉਹਦੇ 'ਤੇ ਫੋਰਸ ਕੋਈ ਅਪਲਾਈ ਹੋਊਗੀ ਤਾਂ ਹੀ ਉਹ ਜਿਹੜਾ ਸੈਂਟਰ ਆਫ ਮਾਸ ਆ ਮੋਸ਼ਨ 'ਚ ਹੋਊਗਾ, ਅਦਰਵਾਈਜ਼ ਉਹ ਰੈਸਟ 'ਤੇ ਹੋਊਗਾ, ਹੈ ਨਾ। ਇਹ ਚੀਜ਼ ਪੜ੍ਹੀ ਹੈ। ਇਹ ਜਿਹੜਾ ਸੈਂਟਰ ਆਫ ਮਾਸ ਹੈਗਾ ਇਹ ਮੋਮੈਂਟਮ ਜਿਹੜਾ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਇਹ ਵੀ ਲਾਅ ਫੋਲੋ ਕਰਦਾ ਹੈਗਾ। ਠੀਕ ਹੈ, ਤਾਂ ਇਸੇ ਬੇਸ 'ਤੇ ਅਸੀਂ ਹੁਣ ਇਹਨਾਂ ਦੀ ਐਗਜ਼ਾਮਪਲਸ ਪੜ੍ਹਨੀਆਂ। ਐਗਜ਼ਾਮਪਲ ਆਫ ਦਾ ਮੋਸ਼ਨ ਆਫ ਸੈਂਟਰ ਆਫ ਮਾਸ। ਹਾਂਜੀ, ਪਹਿਲੀ ਐਗਜ਼ਾਮਪਲ ਹੈਗੀ ਆ ਦਾ ਮੋਸ਼ਨ ਆਫ ਦਾ ਫਰੈਗਮੈਂਟਸ ਆਫਟਰ ਡਿਕੇ ਆਫ ਆ ਰੇਡੀਓ ਐਕਟਿਵ ਨਿਊਕਲੀਅਸ ਐਟ ਰੈਸਟ। ਜਦੋਂ ਹੁਣ ਫਰੈਗਮੈਂਟਸ ਜਦੋਂ ਆਪਣੇ ਪਾਸ ਰੇਡੀਅਮ ਹੈ, ਰੇਡੀਅਮ 226 ਇਹਦਾ ਮਾਸ ਹੈਗਾ ਵਾ। ਠੀਕ ਹੈ, ਆਪਣੇ ਪਾਸ ਜਿਹੜਾ ਇਹ ਹੈਗਾ ਵਾ ਇਹ ਕੀ ਹੈ, ਰੈਸਟ 'ਤੇ ਹੈ। ਉਸ ਤੋਂ ਬਾਅਦ ਜਦੋਂ ਡਿਕੇ ਹੁੰਦਾ ਵਾ, ਜਦੋਂ ਟੁੱਟਦਾ ਹੈਗਾ ਵਾ, ਟੁੱਟਣ ਤੋਂ ਬਾਅਦ ਕੀ ਹੋ ਜਾਂਦਾ, ਜਿਹੜਾ ਰੇਡੀਅਮ ਦੋ ਪਾਰਟ 'ਚ ਡਿਵਾਈਡ ਹੋ ਜਾਂਦਾ ਵਾ, ਕੀ ਬਣ ਜਾਂਦਾ, ਇੱਕ ਰੇਡਾਨ ਬਣ ਜਾਂਦਾ ਵਾ ਅਤੇ ਇੱਕ ਹੀਲੀਅਮ ਦਾ ਐਟਮ ਬਣ ਜਾਂਦਾ ਵਾ। ਠੀਕ ਹੈ, ਜਿਹੜਾ ਰੇਡਾਨ ਹੁੰਦਾ ਉਹਦਾ 2 ਮਾਸ ਹੁੰਦਾ, ਇਹਦਾ +4 ਹੁੰਦਾ ਹੈ ਨਾ। ਇਹ ਚੀਜ਼ ਆਪਾਂ 4 ਹੁੰਦਾ ਹੈ, +4 ਚਲੋ ਬਟਾ 4 ਹੁੰਦਾ ਹੈ। ਹੁਣ ਦੇਖੋ ਇਹ ਪਹਿਲਾਂ ਜਿਹੜਾ ਹੈਗਾ ਵਾ ਇਹ ਪਹਿਲਾਂ ਰੈਸਟ 'ਤੇ ਸੀਗਾ। ਹੁਣ ਆਪਾਂ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਕੀ ਕਹਿੰਦੇ ਵੀ ਅਗਰ ਪਹਿਲਾਂ ਇਨੀਸ਼ੀਅਲੀ ਜਿਹੜਾ ਜੇ ਆਪਣੇ ਕੋਲ ਬੋਡੀ ਰੈਸਟ ਹੈ ਤਾਂ ਆਫਟਰ ਕੋਲੀਜ਼ਨ ਜਾਂ ਆਫਟਰ ਕੋਈ ਵੀ ਜੋ ਪ੍ਰੋਸੈਸ ਹੋ ਰਹੀ ਹੈ ਉਸ ਤੋਂ ਬਾਅਦ ਵੀ ਜਿਹੜਾ ਮੋਮੈਂਟਮ ਹੈਗਾ, ਲੀਨੀਅਰ ਮੋਮੈਂਟਮ ਆ ਉਹ ਕੰਜ਼ਰਵ ਰਹਿਣਾ ਚਾਹੀਦਾ। ਲੀਨੀਅਰ ਮੋਮੈਂਟਮ ਕੰਜ਼ਰਵ ਰਹਿਣ ਲਈ ਮਤਲਬ ਵੈਲੋਸਿਟੀ ਨਾਲ 0 ਹੋਣੀ ਚਾਹੀਦੀ ਹੈ, ਨੈਟ ਵੈਲੋਸਿਟੀ ਨਾਲ 0 ਹੋਣੀ ਚਾਹੀਦੀ ਹੈ। ਮਤਲਬ ਕਿ ਆਪਾਂ ਕਹੇ ਇਹ ਕੀ ਹੋ ਜਾਊਗਾ, ਨੈਟ ਵੈਲੋਸਿਟੀ ਕਿਵੇਂ 0 ਹੋਊਗੀ, ਅਗਰ ਇਹ ਵਾਲੀ ਚੀਜ਼ ਇੱਧਰ ਨੂੰ ਮੂਵ ਕਰਨ ਲੱਗ ਜੇ, ਇਹ ਇੱਧਰ ਨੂੰ ਮੂਵ ਕਰਨ ਲੱਗ ਜੇ, ਹੈ ਨਾ। ਰੇਡੀਅਮ ਇੱਧਰ ਨੂੰ ਮੂਵ ਕਰੂਗਾ, ਹੀਲੀਅਮ ਇੱਧਰ ਨੂੰ ਰੇਡਾਨ ਇੱਧਰ ਨੂੰ ਮੂਵ ਕਰੂਗਾ ਅਤੇ ਇਹ ਜਿਹੜਾ ਹੀਲੀਅਮ ਸੀਗਾ ਇੱਧਰਲੇ ਪਾਸੇ ਮੂਵ ਕਰੇਗਾ। ਤਾਂ ਆਪਣੇ ਪਾਸ ਕੀ ਬਣ ਗਿਆ, ਇਹ ਜਿਹੜਾ ਸੈਂਟਰ ਆਫ ਮਾਸ ਹੈ ਇਹਨਾਂ ਦਾ ਉਹ ਕੀ ਰਹਿ ਗਿਆ, ਰੈਸਟ 'ਤੇ ਰਹਿ ਗਿਆ। ਸੈਂਟਰ ਆਫ ਮਾਸ ਰੈਸਟ 'ਤੇ ਹੋ ਗਿਆ। ਕਿਉਂਕਿ ਇਹ ਇੱਧਰਲੇ ਪਾਸੇ ਆ ਮੂਵ ਕਰ ਰਹੇ, ਇੱਧਰਲੇ ਪਾਸੇ ਮੂਵ ਕਰਦੇ, ਨੈਟ ਇਹਨਾਂ ਦੀ ਵੈਲੋਸਿਟੀ ਕੀ ਹੋ ਗਈ, 0 ਹੋ ਗਈ। ਤਾਂ ਸੈਂਟਰ ਆਫ ਮਾਸ ਕੀ ਹੈਗਾ, ਐਟ ਰੈਸਟ 'ਤੇ ਹੈਗਾ ਆਪਣੇ ਪਾਸ। ਠੀਕ ਹੈ, ਇਹ ਕੀ ਆ, ਉਹ ਹੈ ਵੀ ਮੋਸ਼ਨ ਆਫ ਫਰੈਗਮੈਂਟਸ ਦੇ ਫਰੈਗਮੈਂਟਸ ਕਿਵੇਂ ਜਾਣਗੇ, ਫਰੈਗਮੈਂਟਸ ਉਸ ਡਾਇਰੈਕਸ਼ਨ ਵਿੱਚ ਜਾਣਗੇ ਜਿਸ ਡਾਇਰੈਕਸ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਨੈਟ ਵੈਲੋਸਿਟੀ ਹੈ 0 ਹੋ ਜਾਵੇ। ਮਤਲਬ ਕਿ ਬਿਫੋਰ ਅਤੇ ਆਫਟਰ ਜਿਹੜਾ ਲੀਨੀਅਰ ਮੋਮੈਂਟਮ ਆ ਕੰਜ਼ਰਵ ਰਹਿ ਜਾਵੇ। ਮਤਲਬ ਕਿ ਜੇ ਪਹਿਲਾਂ ਰੈਸਟ 'ਤੇ ਸੀ ਤਾਂ ਆਫਟਰ ਵੀ ਇਹ ਰੈਸਟ 'ਤੇ ਰਵੇ ਤਾਂ ਇਹਦਾ ਸੈਂਟਰ ਆਫ ਮਾਸ ਰੈਸਟ 'ਤੇ ਰਹਿੰਦਾ ਵਾ। ਆਪਾਂ ਤਾਂ ਜੇ ਆਪਾਂ ਨੂੰ ਕੀ ਦਿਖਦਾ ਵਾ ਵੀ ਇਹ ਜਿਹੜੇ ਬੋਡੀ ਹੈਗੀ ਬਾਅਦ ਵਿੱਚ ਜਿਹੜੇ ਫਰੈਗਮੈਂਟਸ ਸੀ ਮੋਸ਼ਨ 'ਚ ਆ ਗਏ ਤਾਂ ਇਹ ਤਾਂ ਉਹ ਵਾਇਲੈਂਟ ਕਰ ਰਿਹਾ, ਉਹਨੂੰ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਨੂੰ ਵਾਇਲੈਂਟ ਕਰ ਰਿਹਾ। ਲੇਕਿਨ ਆਪਾਂ ਕੀ ਹੈ ਇਹਦੇ 'ਚ ਆਪਾਂ ਸੈਂਟਰ ਆਫ ਮਾਸ ਪੜ੍ਹ ਰਹੇ ਹਾਂ ਵੀ ਸੈਂਟਰ ਆਫ ਮਾਸ ਇਹਦਾ ਰੈਸਟ 'ਤੇ ਰਹਿ ਰਿਹਾ ਵਾ। ਸੈਂਟਰ ਆਫ ਮਾਸ ਰੈਸਟ 'ਤੇ ਰਿਹਾ ਮਤਲਬ ਕਿ ਜਿਹੜਾ ਲਾਅ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਆ ਇਹ ਕੀ ਵਾਇਲੈਂਟ ਨਹੀਂ ਹੋਇਆ। ਠੀਕ ਹੈ, ਹੁਣ ਇਹਦੇ ਵਿੱਚ ਇਹ ਵੀ ਚੀਜ਼ ਦਾ ਧਿਆਨ ਰੱਖਣਾ। ਦੇਖੋ ਇਹ ਕਾਹਤੋਂ ਆ, ਸੈਂਟਰ ਆਫ ਮਾਸ ਹੀ ਕਾਹਤੋਂ ਰੈਸਟ ਰਿਹਾ। ਹੁਣ ਜੇ ਆਪਾਂ ਬਾਹਰੋਂ ਫੋਰਸ ਨਹੀਂ ਲਾਈ, ਬਾਹਰੋਂ ਫੋਰਸ ਜਿਹੜਾ ਡਿਕੇ ਹੁੰਦਾ ਉਹ ਅੰਦਰਲੀ ਫੋਰਸ ਕਰਕੇ ਹੁੰਦਾ। ਜਦੋਂ ਅੰਦਰਲੀ ਫੋਰਸ ਵਰਕ ਕਰਦੀ ਹੈਗੀ ਆ ਤਾਂ ਉਦੋਂ ਅਸੀਂ ਸੈਂਟਰ ਆਫ ਮਾਸ ਨੂੰ ਦੇਖਦੇ ਹੈਗੇ। ਸੈਂਟਰ ਆਫ ਮਾਸ ਕਿਵੇਂ ਆ, ਉਹੀ ਲਾਅ ਆਫ ਜਿਹੜੇ ਲਾਅ ਜੋ ਆਪਾਂ ਵਰਤਾਂਗੇ, ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਜਾਂ ਮੋਮੈਂਟਮ, ਠੀਕ ਹੈ, ਉਹ ਕੀ ਹੈ, ਸੈਂਟਰ ਆਫ ਮਾਸ ਹੀ ਓਬੇ ਕਰੂਗਾ ਜਦੋਂ ਅਸੀਂ ਇਹਦੇ 'ਤੇ ਇੰਟਰਨਲ ਫੋਰਸਿਸ ਦੀ ਗੱਲ ਕਰ ਰਹੇ ਹਾਂ। ਜਦੋਂ ਐਕਸਟਰਨਲ ਦੀ ਗੱਲ ਕਰਾਂਗੇ ਫਿਰ ਆਪਣੀ ਸਾਰੀ ਬੋਡੀ ਦੀ ਗੱਲ ਕਰਾਂਗੇ। ਠੀਕ ਹੈ, ਇਹ ਆਪਾਂ ਕੀ ਕਰ ਰਹੇ ਹਾਂ, ਇੰਟਰਨਲ ਫੋਰਸਿਸ ਦੀ ਗੱਲ ਕਰ ਰਹੇ ਹਾਂ। ਇੰਟਰਨਲ ਫੋਰਸਿਸ ਦੇ ਵਿੱਚ ਅਸੀਂ ਸੈਂਟਰ ਆਫ ਮਾਸ ਦੀ ਗੱਲ ਕਰਾਂਗੇ। ਠੀਕ ਹੈ, ਐਨੀ ਚੀਜ਼ ਕਲੀਅਰ ਹੈ। ਉਸ ਤੋਂ ਬਾਅਦ ਹੈਗਾ ਮੋਸ਼ਨ ਆਫ ਇੰਡੀਅਨ ਕਲੱਬ। ਇੰਡੀਅਨ ਕਲੱਬ ਦੇ ਵਿੱਚ ਦੇਖੋ ਆਪਣੇ ਪਾਸ ਇੰਡੀਅਨ ਕਲੱਬ ਇਸ ਤਰ੍ਹਾਂ ਦਾ ਹੁੰਦਾ, ਇਸ ਤਰ੍ਹਾਂ ਦੀ ਸ਼ੇਪ ਜੀ ਹੁੰਦੀ ਆ ਉਹਦੀ। ਠੀਕ ਹੈ, ਮਤਲਬ ਜ਼ਿਆਦਾਤਰ ਜਿਹੜੇ ਕਰਤੱਵ ਵਗੈਰਾ ਦਿਖਾਉਂਦੇ ਉਹਨਾਂ ਕੋਲ ਪਿਆ ਹੁੰਦਾ ਵਾ। ਠੀਕ ਹੈ, ਇਸ ਜਦੋਂ ਮੂਵ ਕਰਦਾ ਹੈ ਨਾ, ਮੂਵ ਕਰਦਾ ਉਹ ਪੋਜੀਸ਼ਨ ਚੇਂਜ ਕਰਦਾ, ਬਹੁਤ ਪੋਜੀਸ਼ਨ ਚੇਂਜ ਕਰਦਾ ਵਾ। ਅਤੇ ਇੱਦਾਂ ਕਰਕੇ ਕਿਤੇ ਇੱਦਾਂ ਹੋ ਜਾਂਦਾ ਹੈ, ਕਿਤੇ ਇੱਦਾਂ ਹੋ ਜਾਂਦਾ ਹੈ। ਠੀਕ ਹੈ, ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ, ਉਹੀ ਕਰਕੇ। ਠੀਕ ਹੈ, ਤਾਂ ਉਹ ਕੀ ਹੈ, ਇਸ ਤਰ੍ਹਾਂ ਦੇਖੋ ਇੱਕ ਤਰ੍ਹਾਂ ਦੀ ਹੁਣ ਜਦੋਂ ਚੀਜ਼ ਸੁੱਟੀ ਆ ਤਾਂ ਆਪਾਂ ਕੀ ਕਹਿੰਦੇ ਵੀ ਪ੍ਰੋਜੈਕਟਲ ਮੋਸ਼ਨ 'ਚ ਹੋਣਾ ਚਾਹੀਦਾ, ਇੱਦਾਂ ਕਰਕੇ, ਹੈ ਨਾ। ਚੀਜ਼ ਸੁੱਟੀ ਆ ਤਾਂ ਇੱਦਾਂ ਜਾਣੀ ਚਾਹੀਦੀ ਆ, ਲੇਕਿਨ ਇਹ ਤਾਂ ਵਿੰਗ ਹੋ ਗਏ, ਇੱਧਰ ਕਿਤੇ ਇੱਧਰ ਹੋ ਰਿਹਾ ਵਾ। ਲੇਕਿਨ ਆਪਾਂ ਇਹਦੇ ਵਿੱਚ ਕੀ ਧਿਆਨ ਰੱਖਣਾ, ਸੈਂਟਰ ਆਫ ਮਾਸ। ਦੇਖੋ ਸੈਂਟਰ ਆਫ ਮਾਸ ਇੱਕ ਹੀ ਟ੍ਰੈਜੈਕਟਰੀ ਫੋਲੋ ਕਰ ਰਿਹਾ ਵਾ। ਸੈਂਟਰ ਆਫ ਮਾਸ ਆ ਰਿਹਾ ਆਪਣੇ ਪਾਸ। ਠੀਕ ਹੈ, ਇੱਕ ਹੀ ਟ੍ਰਾਇਜੈਕਟਰੀ ਮੂਵ ਕਰ ਰਿਹਾ, ਫੋਲੋ ਕਰ ਰਿਹਾ।
देखो है ਇਹਦੇ 'ਚ ਆਹੀ ट्राइजैक्टरी हो रही है ना फॉलो, आ रही ठीक है। तो एक ही ट्राइजैक्टरी मूव कर रहा है, ट्राइजैक्टरी मूव कर रहे हैं वा, तो इसलिए ਅਸੀਂ कहते हैं मोशन ऑफ इंडिया ਨੂੰ ਜਿਹੜਾ ਕਲੱਬ ਹੈਗਾ ਪੈਰਾਬੋਲਿਕ ਪਾਥ ਸ਼ੋ ਕਰਦਾ ਵਾ, ਠੀਕ ਹੈ। ਪੈਰਾਬੋਲਿਕ ਪਾਥ ਕਿਵੇਂ ਸ਼ੋ ਕਰਦਾ, ਕਿਉਂਕਿ ਜਿਹੜਾ ਇਹਦਾ ਸੈਂਟਰ ਆਫ ਮਾਸ ਆ ਉਹ ਪੈਰਾਬੋਲਿਕ ਪਾਥ ਸ਼ੋ ਕਰ ਰਿਹਾ ਵਾ। ਜਿਹੜਾ ਸੈਂਟਰ ਆਫ ਮਾਸ ਹੈਗਾ ਵਾ ਫੋਲੋਜ਼ ਪੈਰਾਬੋਲਿਕ ਪਾਥ, ठीक है। वो खुद नहीं सेंटर ऑफ मास ਦਾ ਉਹ ਕਰ ਰਿਹਾ ਵਾ, ठीक है। ओके, उस तो बाद थर्ड नंबर ਤੇ ਅਸੀਂ ਕੀ ਕਰ ਰਹੇ ਆਪਾਂ एग्जाम्पल ਇਹਦੀ थर्ड नंबर 'ਤੇ ਆਪਣੇ ਕੋਲ एग्जाम्पल है मोशन ऑफ फ्रैगमेंट्स ऑफ a cracker आफ्टर एक्सप्लोजन। भी जो फुट जाता वा है ना क्रैकर फुटदा है, तो उहदे विच अपने पास की हुंदा है। ओके, मोशन ऑफ फ्रैगमेंट्स ऑफ आ क्रैकर आफ्टर एक्सप्लोजन। तो इहदे देखो अपने पास जिमें हुण अपने पास क्रैकर है, क्रैकर आपां की कीता वा सुट्टिया है, ठीक है। वो आप सुटे तो इस तरह के पाथ फॉलो करना चाहिए, लेकिन वो रास्ते में तो एक्सप्लोजन हो जाता है ना, इस तरह करके उन्हें फुलझड़ियाँ निकलिया। हम दिवाली का मौसम, दिवाली का भी है ना त्यौहार आ रहा वा, तो उन्हें क्रैकर चलावे, क्रैकर के इस तरह दी झड़ियाँ जी निकल गई ना, इस तरह अलग अलग लाइटा हो जांदियां ने। मान लो इनू 1 मान लो, इनू 2 मान लो, इनू 3 मान लो, ये 4 फ्रैगमेंट्स, एक क्रैकर देखो 4 फ्रैगमेंट बदल जाता। लेकिन ਆਪਾਂ ਤਾਂ ਕਿਹਾ ਸੀ ਵੀ ਜੇ ਅਸੀਂ ਇਸ ਤਰ੍ਹਾਂ ਦੇ ਪਾਥ ਨਾਲ ਉਹਨੂੰ ਸੁੱਟਾਂਗੇ ਤਾਂ ਉਹ ਟ੍ਰਾਜੈਕਟਰੀ ਪਾਥ ਮਤਲਬ ਕਿ ਇਸ ਤਰ੍ਹਾਂ ਪ੍ਰੋਜੈਕਟਾਈਲ ਪਾਥ ਤਾਂ ਫੋਲੋ ਕਰੇਗਾ। ਲੇਕਿਨ ਰਸਤੇ ਵਿੱਚ ਤਾਂ ਉਹ ਕੀ ਹੋ ਗਿਆ, ਐਕਸਪਲੋਡ ਹੋ ਗਿਆ ਹੈ ਨਾ, ਫੁੱਟ ਗਿਆ। ਉਹ ਅਲੱਗ-ਅਲੱਗ ਉਹਦੇ ਜਿਹੜੇ ਫਰੈਗਮੈਂਟ ਸੀਗੇ ਹੈ ਨਾ, ਅਲੱਗ-ਅਲੱਗ ਹੋ ਗਏ ਉਹਦੇ। ਹੁਣ ਇਹਦੇ ਵਿੱਚ ਕੀ ਹੋ ਗਿਆ ਵੀ ਅਲੱਗ-ਅਲੱਗ ਕਲਰ ਦੇਣ ਲੱਗੇ ਨਾ, ਇਹ ਦੇਖੋ। ਅਤੇ ਇਹਦੇ ਵਿੱਚ ਕੀ ਹੋ ਗਿਆ ਵੀ ਜਦੋਂ ਆਪਣੇ ਪਾਸ क्रैकर हैगा वा, क्रैकर जो आपके फ्रैगमेंट्स में टुट जाता वा, फिर उस तो बाद मन्निया जाता कि ये अपना जिहड़ा सेंटर ऑफ मास है इन्हां दा यही जिहड़ा हैगा वा ट्राजैक्टरी जिहड़ा पाथ हैगा फॉलो करदा वा, ठीक है। किन्ना दा सेंटर ऑफ मास, जिहड़े फ्रैगमेंट्स जिहड़े टुटे हैगे आ 1 2 3 4, इन्हां दा सेंटर ऑफ मास की हो जांदा वा, ये की हुंदा वा अपने पास सेंटर ऑफ मास इन्हां दा ये ट्राजैक्टरी फॉलो करदा वा, ठीक है। उन्होंने क्या बिफोर एक्सप्लोजन क्रैकर मूव अलॉन्ग द प्रोजैक्टाइल पाथ, ठीक है। दैन जो एक्सप्लोड करता 4 फ्रैगमेंट्स के विच, तो वह किया अलग अलग पास के विच किया वो चलना शुरू कर देंगे। अलग अलग पाथ होंदा, 1 का पाथ अलग आ, 2 का पाथ अलग आ, 3 का अड है, 4 का अड है। हुण इहदे आपां ये जो एक्सप्लोजन होया देखो, ये होया इंटरनल फोर्सिस के अंडर। आप अगे असीं इंटरनल फोर्सिस विच किहदी मोशन लैंदे आ, किहदा मोशन लैंदे आ असीं, सेंटर ऑफ मास का मोशन लैंदे आ। तो सेंटर ऑफ मास की हैगा इन्हां दा चारां दा सेंटर ऑफ मास उही पाथ फॉलो करदा वा जिहड़ा कि उहनूं क्रैकर नूं करना चाहिदा सीगा, ठीक है। सेंटर ऑफ मास उही पाथ फॉलो करदा, ठीक है। इहदे विच यही सीगा, ओके। इन्नी चीज़ क्लीयर है। अगे चौथे दे विच उन्हां ने क्या डायआटोमिक मॉलीक्यूल, डायआटोमिक मॉलीक्यूल दी जिहड़ी आपस विच जो मोशन हैगा वा वो भी सेंटर ऑफ मास नाल रिलेटिव हैगा। जे देखो हुण अपने पास 2 है डायआटोमिक मॉलीक्यूल है, ठीक है। इहदे विच एटम है, मान लो ए एटम है, आ बी एटम है, एक दा मास M आ, एक दा मास M2 आ। हुण देखो अपने पास जिहड़ा M1 वाला मास हैगा वा वो वड्डा वा, मान लो वो जे ज़्यादा ही हैगा M2 नालों, ठीक है, वड्डा वा। तो सेंटर मास उहदी, अच्छा ये चीज़ का ध्यान रखना, सेंटर मास हमेशा हैवीयर बॉडी के नेड़े लाई करदा वा, ठीक है। हुण देखो हैवीयर बॉडी M1 आ, तो उहदे नेड़े लाई कीता ते इहदे दूर लाई कीता, है ना, दूर हो गया ना इहदे। तो अपने पास सेंटर मास इत्थे आ गया। तो वो जिहड़ा पाथ फॉलो करूगा, देखो इन्हां दा जिहड़ा सर्कल आ कित्थों तक बनूगा, ऑब्वियस इत्थों तक बनूगा ना। इहदा जिहड़ा पाथ सर्कुलर पाथ है वो की है, ये फॉलो करूगा जिहड़ा फर्स्ट वाला वा। दूसरे वाला हुण इहदा तां इन्ना वा, तो ये वाला सेंटर ऑफ मास की फॉलो करूगा पाथ,
ਇੱਥੋਂ ਤੱਕ ਸਮਝੀ ਹੈ ਨਾ, ਤਾਂ ਇਹ ਵਾਲਾ ਪਾਥ ਇਹ ਫੋਲੋ ਕਰੂਗਾ। ਠੀਕ ਹੈ, ਸੈਂਟਰ ਮਾਸ ਇੱਥੇ ਸੀਗਾ, ਪਹਿਲਾਂ ਇਹਦਾ ਸੈਂਟਰ ਸੈਟਨ ਬਣ ਕੇ ਤਾਂ ਇੱਥੇ ਸਰਕਲ ਖਿੱਚਿਆ, ਉਹਦਾ ਪਾਥ ਬਣ ਗਿਆ। ਫਿਰ ਇਹਦਾ ਸੈਂਟਰ ਕੀ ਸੀ, ਇੱਥੇ ਸੀਗਾ, ਤੇ ਇਹਨੂੰ ਸੈਂਟਰ ਮੰਨ ਕੇ ਐਂ ਖਿੱਚਿਆ ਤਾਂ ਆਪਣੇ ਕੋਲ ਇਹ ਚੀਜ਼ ਬਣ ਗਈ। ਤਾਂ ਇਹ ਇਹਦਾ ਮੰਨ ਲਓ ਕਿ R1 ਡਿਸਟੈਂਸ ਹੈ, ਇਹਦਾ ਕੀ ਹੈ R2 ਡਿਸਟੈਂਸ ਹੈ। ਆਪਾਂ ਨੂੰ ਪਤਾ ਹੁਣ ਇਹਨਾਂ ਨੇ ਕਿਹਾ ਵੀ ਜੇ M1 R1 ਕਿਹਦਾ ਡਿਸਟੈਂਸ ਹੈ, M1 ਦਾ, R2 ਕਿਹਦਾ ਡਿਸਟੈਂਸ ਹੈ, M2 ਦਾ। ਤਾਂ ਆਪਣੇ ਪਾਸ ਕੀ ਹੈ M1 R1 ਇਕਲਸ ਟੂ M2 R2। ਠੀਕ ਹੈ, ਜਾਂ ਇਹਨੂੰ ਕਿਵੇਂ ਕਹਿ ਸਕਦੇ ਹਾਂ ਵੀ ਜਦੋਂ ਜਿਹੜਾ ਰੇਸ਼ੋ ਜਿਹੜੀ R1 R2 ਦੀ ਆ ਉਹਦੀ ਰੈਸੀਪ੍ਰੋਕਲ ਦੇ ਵਿੱਚ ਆ। ਜੇ ਰੈਸੀਪ੍ਰੋਕਲ ਦੇ ਵਿੱਚ ਆ, ਜੇ ਮਾਸ ਵੱਧਦਾ ਤਾਂ ਰੇਡੀਅਸ ਘੱਟ ਹੋਊਗਾ, ਜੇ ਮਾਸ ਘੱਟ ਆ ਤਾਂ ਰੇਡੀਅਸ ਵੱਧ ਹੋਊਗਾ। ਠੀਕ ਹੈ, ਤਾਂ ਇਹਦੇ ਤੋਂ ਸਾਡੇ ਕੋਲ ਆਹ ਚੀਜ਼ ਆ ਜੂਗੀ, ਇਹਨੂੰ ਕ੍ਰਾਸ ਮਲਟੀਪਲਾਈ ਕਰਕੇ ਸਾਡੇ ਕੋਲ ਆਹ ਚੀਜ਼ ਆ ਗਈ। ਉਸ ਤੋਂ ਬਾਅਦ ਅੱਛਾ ਇਹਨੂੰ ਆਪਾਂ ਕੀ ਕਰ ਸਕਦੇ ਹਾਂ, ਜਿਹੜਾ R1 R2 ਆ ਅਸੀਂ ਉਹਨੂੰ R0 ਮੰਨ ਲਿਆ, ਕਿਉਂਕਿ ਆਹ ਦੇਖੋ ਆਪਾਂ ਕੀ ਲੈਂਦੇ ਹੁੰਦੇ ਹਾਂ, ਦੋਨਾਂ ਐਟਮਾਂ ਦੇ ਵਿੱਚ ਜਿਹੜਾ ਡਿਸਟੈਂਸ ਹੁੰਦਾ ਉਹਨੂੰ ਅਸੀਂ R0 ਮੰਨ ਲੈਂਦੇ ਹਾਂ, R0। ਠੀਕ ਹੈ, ਤਾਂ R0 ਕੀ ਹੈ, ਸਾਡੀ ਬੌਂਡ ਲੈਂਥ ਹੈ। R0 ਕੀ ਹੈ, ਸਾਡੀ ਬੌਂਡ ਲੈਂਥ, ਕਿਉਂਕਿ ਦੋ ਐਟਮ ਹੈ, ਇੱਕ ਬੌਂਡ ਹੀ ਬਣਾਉਂਦੇ ਆ ਆਪਸ ਵਿੱਚ। ਠੀਕ ਹੈ, ਜਿਹੜਾ ਉਹਨਾਂ ਦਾ ਡਿਸਟੈਂਸ ਹੁੰਦਾ ਉਹਨਾਂ ਦਾ ਆਪਸ ਵਿੱਚ ਉਹ ਬੌਂਡ ਲੈਂਥ ਹੁੰਦਾ। ਬੌਂਡ ਲੈਂਥ ਕਾਹਦੇ ਬਰਾਬਰ ਹੋਗੀ, R1 ਪਲੱਸ R2 ਦੀ, R1 ਪਲੱਸ R2 ਦੇ। ਓਕੇ, ਤਾਂ ਆਪਣੇ ਪਾਸ ਇਹਨੂੰ ਮਲਟੀਪਲਾਈ, ਤਾਂ ਇਹਦੇ ਵਿੱਚ ਕੀ ਕਰਾਂਗੇ ਹੁਣ ਦੇਖੋ R1 ਦੀ ਵੈਲਿਊ ਕੱਢ ਲਓ ਜਾਂ R2 ਦੀ ਵੈਲਿਊ ਕੱਢ ਲਓ, ਜਿਵੇਂ ਮਰਜ਼ੀ ਕਰ ਲਓ। ਚਲੋ ਮੈਂ R2 ਦੀ ਵੈਲਿਊ ਨਿਕਾਲ ਰਹੀ ਹਾਂ। R2 ਦੀ ਵੈਲਿਊ ਕੀ ਆਊਗੀ, M1 ਓਵਰ M2 R1। ਠੀਕ ਹੈ, ਇਹ ਵੈਲਿਊ ਨਿਕਲੀ ਤਾਂ ਮੈਂ ਇਹਦੇ ਵਿੱਚ ਪੁੱਟ ਕਰ ਦੇਣੀ ਆ। ਠੀਕ ਹੈ, R1 ਕਾਮਨ ਨਿਕਲ ਗਿਆ ਮੇਰੇ ਕੋਲ, ਤਾਂ ਮੇਰੇ ਕੋਲ ਇੱਥੇ 1 ਪਲੱਸ M1 ਓਵਰ M2 ਇਜ਼ ਇਕਲਸ ਟੂ R0 ਆ ਗਿਆ, ਵਿਚ ਇੰਪਲਾਈਜ਼ R1 M1 ਪਲੱਸ M2 ਓਵਰ M2 ਇਕਲਸ ਟੂ R0। ਤਾਂ ਇੱਥੋਂ R1 ਦੀ ਵੈਲਿਊ ਮੇਰੇ ਕੋਲ ਕੀ ਆ ਗਈ, M2 ਉੱਪਰ ਆ ਜਾਊਗਾ, M1 ਕਿਉਂਕਿ ਆਪਾਂ ਉੱਧਰ ਲੈ ਕੇ ਜਾਵਾਂਗੇ ਤਾਂ ਉਲਟਾ ਬਣ ਜਾਊਗਾ ਨਾ, ਇਹ ਚੀਜ਼ ਆ ਗਈ, ਅਤੇ ਨਾਲ ਆਪਣੇ ਪਾਸ R0 ਉਵੇਂ ਆ ਗਿਆ। ਠੀਕ ਹੈ, ਆਹ ਵੈਲਿਊ ਬਣ ਗਈ R1 ਦੀ। ਸਿਮਿਲਰਲੀ ਅਸੀਂ R2 ਦੀ ਵੈਲਿਊ ਕੱਢਾਂਗੇ, ਮਤਲਬ ਕਿ ਮੇਰੇ ਕੋਲ R1 ਦੀ ਵੈਲਿਊ ਕੀ ਆ ਗਈ, R1 ਦੀ ਵੈਲਿਊ ਕੀ ਆ ਗਈ ਆਪਣੇ ਪਾਸ, M2 ਓਵਰ M1 ਪਲੱਸ M2 R0। ਅਤੇ R2 ਦੀ ਉਵੇਂ ਸਿਮਿਲਰਲੀ ਜਿਵੇਂ ਆਪਾਂ ਪਹਿਲਾਂ ਕੀਤਾ ਵਾ, M1 ਓਵਰ M1 ਪਲੱਸ M2, ਜਿੱਥੇ M1 ਅਤੇ M2 ਪਾ ਦੇਣਾ ਵਾ। ਠੀਕ ਹੈ, R0 ਇਹ ਵੈਲਿਊ ਹੈਗੀ। ਠੀਕ ਹੈ, ਇਸ ਲਈ ਕਿਹਾ ਜਾਂਦਾ ਵੀ ਜਿਹੜੇ ਡਾਇਆਟੋਮਿਕ ਮੋਲੀਕੂਲ ਆ ਉਹ ਕਦੇ ਸਟੇਬਲ ਸਿਸਟਮ ਨਹੀਂ ਬਣਾਉਂਦੇ ਗੇ। ਠੀਕ ਹੈ, ਤਾਂ ਜਿਹੜਾ ਇੱਕ ਐਟਮ ਆ ਉਹ ਦੂਜੇ ਐਟਮ ਨੂੰ ਆਪਣੇ ਨਾਲ ਅਲੱਗ ਕੀ ਆ ਪੁੱਲ ਕਰਦਾ ਹੋਊਗਾ। ਠੀਕ ਹੈ, ਪੁੱਲ ਕਰਦਾ ਹੋਊਗਾ ਤਾਂ ਓਬਵੀਅਸਲੀ ਸਟੇਬਲ ਸਿਸਟਮ ਤਾਂ ਬਣੂਗਾ ਹੀ ਨਹੀਂ, ਇਹਨਾਂ ਦਾ ਅਟਰੈਕਸ਼ਨ ਹੋਊਗੀ ਆਪਸ ਵਿੱਚ। ਤਾਂ ਉਹ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਵੀ ਜੇ ਆਪਣੇ ਪਾਸ ਉਹਨਾਂ ਨੇ ਲਿਖਿਆ ਹੋਇਆ ਵੀ ਇਫ M1 ਗ੍ਰੇਟਰ ਦੈਨ M2 ਫਰੋਮ ਦਾ ਠੀਕ ਹੈ, ਇਫ ਇਟ ਫੋਲੋ ਦੈਟ R1 ਇਜ਼ ਲੈਸ ਦੈਨ R2, ਮਤਲਬ ਕਿ ਜੇ ਮਾਸ ਵੱਡਾ ਹੋਊਗਾ ਤਾਂ ਉਹਦਾ ਰੇਡੀਅਸ ਜਿਹੜਾ ਹੈਗਾ ਵਾ ਸੈਂਟਰ ਆਫ ਮਾਸ ਨਾਲ ਉਹਦਾ ਡਿਸਟੈਂਸ ਹੈਗਾ ਵਾ ਉਹ ਕੀ ਆ ਘੱਟ ਹੋਊਗਾ। ਮਤਲਬ ਕਿ ਜੇ ਮਾਸ ਜ਼ਿਆਦਾ ਤਾਂ ਸੈਂਟਰ ਆਫ ਮਾਸ ਕੀ ਆ ਉਸ ਵੱਲ ਹੀ ਲਾਈ ਕਰੂਗਾ ਜਿਸ ਵੱਲ ਕਿ ਹੈਵੀ ਬੋਡੀ ਹੈਗੀ ਆ। ਠੀਕ ਹੈ, ਓਕੇ, ਤਾਂ ਅੱਗੇ ਜਿਹੜਾ ਇਸੇ ਜੋ ਸਿਸਟਮ ਹੈਗਾ ਵਾ ਇਹੀ ਸਿਸਟਮ ਅਰਥ ਅਤੇ ਮੂਨ ਫੋਲੋ ਕਰਦੇ ਆ। ਅਰਥ ਮੂਨ ਸਿਸਟਮ, ਅਰਥ ਮੂਨ ਸਿਸਟਮ ਵੀ ਇਹੀ ਫੋਲੋ ਕਰਦਾ ਵਾ। ਅਰਥ ਮੂਨ ਸਿਸਟਮ ਕੀ ਕਹਿੰਦਾ, ਮੰਨ ਲਓ ਕਿ ਆਪਣੇ ਕੋਲ ਅਰਥ ਹੈਗੀ ਆ। ਠੀਕ ਹੈ, ਅਰਥ ਕੀ ਆ, ਆਹ ਜੇ ਸਨ ਹੈ, ਇਹ ਆਹ ਸਨ ਹੈ। ਠੀਕ ਹੈ, ਓਕੇ, ਆਹ ਸਨ ਹੈ ਆਪਣੇ ਪਾਸ, ਅਤੇ ਇੱਥੇ ਮੰਨ ਲਓ ਕਿ ਆਪਣੇ ਪਾਸ ਅਰਥ ਹੈ। ਜਿਹੜਾ ਇੱਥੇ ਹੈ ਇਹਦੀ ਟਰਾਜੈਕਟਰੀ ਆ ਜਿਹੜੀ ਬਣਾਈ ਜਾਂਦੀ ਸੈਂਟਰ ਆਫ ਮਾਸ ਦੀ ਬਣਾਈ ਜਾਂਦੀ। ਠੀਕ ਹੈ, ਸੈਂਟਰ ਆਫ ਮਾਸ ਹੁੰਦਾ ਇਹ ਸੈਂਟਰ ਆਫ ਮਾਸ, ਅਤੇ ਅਰਥ ਹੁੰਦੀ ਹੈ ਇੱਥੇ। ਅਰਥ
ਮਾਸ ਉਹਦੇ ਨਾਲ ਭਾਰੀ ਹੁੰਦੀ ਹੈ ਮੂਨ ਨਾਲੋਂ, ਅਤੇ ਇਸ ਲਈ ਅਰਥ ਦੇ ਨੇੜੇ ਸੈਂਟਰ ਆਫ ਲਾਈ ਕਰਦਾ ਵਾ ਮਾਸ। ਠੀਕ ਹੈ, ਸੈਂਟਰ ਆਫ ਮਾਸ ਕੀ ਆ, ਅਰਥ ਦੇ ਨੇੜੇ ਲਾਈ ਕਰਦਾ ਵਾ। ਤਾਂ ਆਪਣੇ ਪਾਸ ਇੱਥੇ ਕੀ ਆ ਗਿਆ, ਇਹਦੀ ਟ੍ਰਾਜੈਕਟਰੀ ਇੱਦਾਂ ਹੋਊਗੀ। ਠੀਕ ਹੈ, ਅਤੇ ਉਸੇ ਤਰ੍ਹਾਂ ਹੀ ਜਿਹੜੇ ਮੂਨ ਹੈਗਾ ਵਾ ਉਹਦੇ ਰਾਊਂਡ ਇਸ ਤਰ੍ਹਾਂ ਚੱਕਰ ਲਾਉਂਦਾ ਹੋਊਗਾ। ਠੀਕ ਹੈ, ਤਾਂ ਇਹ ਇਹਦੇ ਆਪਦੇ ਸੈਂਟਰ ਆਫ ਮਾਸ ਦੇ ਦੁਆਲੇ ਘੁੰਮਦੀ ਹੈ, ਇਹ ਮੂਨ ਦੇ ਜਿਹੜਾ ਮੂਨ ਹੈਗਾ ਵਾ ਉਹ ਅਰਥ ਦੇ ਰਾਊਂਡ ਘੁੰਮਦਾ ਵਾ। ਠੀਕ ਹੈ, ਤਾਂ ਇਹ ਜਿਹੜਾ ਅਰਥ ਮੂਨ ਸਿਸਟਮ ਹੈਗਾ ਵਾ ਇਹੀ ਸੈਂਟਰ ਆਫ ਮਾਸ ਨੂੰ ਫੋਲੋ ਕਰਦਾ ਹੈਗਾ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਜਿਹੜੀਆਂ ਕੀ ਆ ਇੰਟਰਨਲ ਫੋਰਸਿਸ ਹੈਗੀਆਂ ਵਾ, ਇੰਟਰਨਲ ਫੋਰਸਿਸ ਲੱਗਦੀਆਂ ਨੇ ਆਪਸ ਵਿੱਚ। ਠੀਕ ਹੈ, ਆਲਵੇਜ਼ ਔਨ ਦਾ ਆਪੋਜ਼ਿਟ ਸਾਈਡ ਆਫ ਇਟ, ਐਂਡ ਦੈਨ ਐਕਸਟਰਨਲ ਫੋਰਸ ਲੱਗਦੀਆਂ ਨੇ। ਐਕਸਟਰਨਲ ਫੋਰਸ ਕਾਹਦੇ ਨਾਲ, ਦੇਖੋ ਇਹ ਸਾਰੇ ਸਿਸਟਮ 'ਚ ਐਕਸਟਰਨਲ ਫੋਰਸ ਕੌਣ ਲਾ ਰਿਹਾ, ਇਹਨਾਂ ਦੀ ਸਨ ਲਾ ਰਿਹਾ ਵਾ। ਜਿਹੜੀ ਇੰਟਰਨਲ ਫੋਰਸ ਆ ਉਹ ਕਾਹਦੇ ਨਾਲ ਲੱਗਦੀ ਹੈ, ਅਰਥ ਤੇ ਮੂਨ ਆਪੋ ਵਿੱਚ ਲਗਾ ਰਹੇ ਨੇ। ਠੀਕ ਹੈ, ਉਹ ਇੰਟਰਨਲ ਫੋਰਸਿਸ ਹੈ, ਅਤੇ ਜਿਹੜੀ ਬਾਹਰੋਂ ਲੱਗ ਰਹੀ ਹੈ ਉਹ ਕੀ ਹੈ, ਐਕਸਟਰਨਲ ਫੋਰਸਿਸ ਹੈਗੀਆਂ। ਅਤੇ ਜਿਹੜਾ ਟਾਰਕ ਪ੍ਰੋਡਿਊਸ ਹੋ ਰਿਹਾ ਵਾ ਵੀ ਅਰਥ ਤੇ ਮੂਨ ਦੋਨੇ ਇਹਦੇ ਦੁਆਲੇ ਘੁੰਮਦੇ ਪਏ ਹੈਗੇ ਆ, ਉਹ ਕਾਹਦੇ ਕਰਕੇ ਘੁੰਮਦੇ ਪਏ ਆ, ਅਰਥ ਦੀ ਐਕਸਟਰਨਲ ਫੋਰਸ ਸਨ ਦੀ ਐਕਸਟਰਨਲ ਫੋਰਸ ਕਰਕੇ। ਠੀਕ ਹੈ, ਇਹਦੇ 'ਚ ਦੋ ਫੋਰਸਿਸ ਲੱਗ ਰਹੀਆਂ ਨੇ, ਐਕਸਟਰਨਲ ਫੋਰਸ ਐਂਡ ਇੰਟਰਨਲ ਫੋਰਸ। ਜਿਹੜੀ ਐਕਸਟਰਨਲ ਫੋਰਸ ਆ ਸਨ ਲਾ ਰਿਹਾ। ਠੀਕ ਹੈ, ਸਨ ਲਾ ਰਿਹਾ ਔਨ ਅਰਥ ਮੂਨ ਸਿਸਟਮ 'ਤੇ, ਅਤੇ ਜਿਹੜੀ ਇੰਟਰਨਲ ਫੋਰਸ ਆ ਅਰਥ ਅਤੇ ਮੂਨ ਦੇ ਵਿੱਚ ਆਪਸ ਵਿੱਚ ਲੱਗ ਰਹੀ ਹੈ, ਬਿਟਵੀਨ ਅਰਥ ਐਂਡ ਮੂਨ। ਐਕਸਟਰਨਲ ਫੋਰਸ ਦੇ ਕਰਕੇ ਹੀ ਆਪਣੇ ਪਾਸ ਕੀ ਹੋ ਰਿਹਾ ਵਾ, ਜਿਹੜੀ ਮੂਨ ਅਤੇ ਅਰਥ ਦੀ ਮੋਸ਼ਨ ਹੋ ਰਹੀ ਆ, ਮੂਨ ਐਂਡ ਅਰਥ ਦੀ ਮੋਸ਼ਨ ਹੋ ਰਹੀ ਆ ਅਰਾਊਂਡ ਸਨ, ਮੋਸ਼ਨ ਆਫ ਮੂਨ ਐਂਡ ਅਰਥ ਅਰਾਊਂਡ ਸਨ। ਠੀਕ ਹੈ, ਇਹ ਚੀਜ਼ ਹੋ ਰਹੀ ਹੈ। ਤਾਂ ਇੰਟਰਨਲ ਫੋਰਸਿਸ ਦੇ ਕਰਕੇ ਕੀ ਹੋ ਰਿਹਾ ਵਾ ਵੀ ਜਿਹੜਾ ਮੂਨ ਹੈ ਅਤੇ ਅਰਥ ਹੈ ਉਹਨਾਂ ਦੀ ਆਪਸ ਵਿੱਚ ਮਤਲਬ ਕਿ ਜੋ ਮੂਨ ਹੈਗਾ ਵਾ ਉਹ ਕੀ ਆ ਰਿਵੋਲਵ ਕਰ ਰਿਹਾ ਵਾ ਅਰਥ ਦੇ ਅਰਾਊਂਡ। ਠੀਕ ਹੈ, ਉਹਨਾਂ ਦੀ ਇੰਟਰਨਲ ਫੋਰਸ ਕਰਕੇ। ਇਹ ਅਰਥ ਮੂਨ ਸਿਸਟਮ ਹੈ। ਓਕੇ ਜੀ।